सत श्री अकाल जी। मैं लवप्रीत कौर हाज़र हाँ जी बेअंत वरीवाला द्वारा लिखे गए नावल रज्जो कमली का भाग 8वां लैके आओ आपां शुरू करते हाँ ते वीडियो नूं लाइक जरूर कर दिओ जी। जद रज्जो उतर के प्रभ नाल क्लीनिक 'च जाण लगी तां प्रभ ने उत्थे ही रोक दिता। तुसीं कोई भी कार चों बाहर ना निकलिओ, शीशे भी ना डाउन करिओ। पर प्रभ तूं भी तां जा ही रिहा है, रज्जो ने रोंदी हुई आवाज़ 'च कहा। नहीं राजवीर, मेरी गल होर आ। ना तो मैं पग बन्नी आ ते ना ही मेरे दाड़ी केस आ। मैं तो हत्थ चों कड़ा भी उतार दिता। मैनू कोई सिख नहीं समझूगा। बस तुसी जा 5 मिनट इंतजार करो जां घर पहुँचो, मैं आया। ना ना वीर जी, इदां किवें छड़ जाइए तुहानूं, असीं कार 'च ही बैठे हाँ। तुसी पट्टी करवाओ, जैसलीन ने गल खत्म करदिआं कहा। हौली हौली ये अग सारे शहर 'च फैल गई। सरदारां दीआं दुकानां नूं लुੱਟਣਾ शुरू कर दिता गया। दुकानां 'च पिया सोना चांदी ते होर कीमती समान लुੱਟਣ ਤੋਂ ਬਾਅਦ ਉਹਨਾਂ ਨੂੰ ਅੱਗ ਲਾ ਦਿੱਤੀ ਜਾਂਦੀ। ਘਰਾਂ 'ਚ ਵੜ ਕੇ ਪਹਿਲਾਂ ਕੀਮਤੀ ਸਮਾਨ, ਗਹਿਣੇ, ਪੈਸੇ, ਟੀਵੀ ਤੇ ਹੋਰ ਸਮਾਨ ਲੁੱਟਿਆ ਜਾਂਦਾ। ਫਿਰ ਘਰ ਦੇ ਮਰਦਾਂ ਦੇ ਗਲਾਂ 'ਚ ਕਾਰ ਦਾ ਟਾਇਰ ਪਾ ਕੇ ਅੱਗ ਲਾ ਦਿੱਤੀ ਜਾਂਦੀ। ਔਰਤਾਂ ਤੇ ਜਵਾਨ ਕੁੜੀਆਂ ਦਾ ਰੇਪ ਕਰਕੇ ਬਾਅਦ 'ਚ पेड़ 'ਚ ਛੁਰੇ ਮਾਰ ਕੇ ਮਾਰ ਦਿੱਤਾ ਜਾਂਦਾ। ਬੱਸਾਂ 'ਚੋਂ ਤੇ ਰੇਲ ਗੱਡੀਆਂ 'ਚੋਂ ਉਤਾਰ ਕੇ ਸਿੱਖ ਕੁੜੀਆਂ ਦਾ ਰੇਪ ਕੀਤਾ ਗਿਆ। 12 ਸਾਲਾਂ ਦੀਆਂ ਮਾਸੂਮਾਂ ਦੇ ਗੁਪਤ ਅੰਗਾਂ 'ਚੋਂ ਲੋਹੇ ਦੀਆਂ ਰਾੜਾਂ ਬਿਆਨ ਕਰਨਾ ਵੀ ਔਖਾ। ਗਰਭਵਤੀ ਔਰਤਾਂ ਦੇ ਪੇਟ 'ਚ ਚਾਕੂ ਮਾਰ ਕੇ ਬੱਚੇ ਸਮੇਤ ਕਤਲ ਕਰ ਦਿੱਤੀਆਂ ਗਈਆਂ। ਜਿਵੇਂ 11 ਮਾਰਚ 1739 'ਚ ਨਾਦਰ ਸ਼ਾਹ ਨੇ ਆਪਣੀ ਫੌਜ ਨੂੰ ਕਤਲੇਆਮ ਦੀ ਛੁੱਟੀ ਦੇ ਦਿੱਤੀ ਸੀ। ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਨਾਦਰ ਸ਼ਾਹ ਨੇ ਦਿੱਲੀ 'ਚ 20,000 ਲੋਕਾਂ ਦਾ ਕਤਲ ਕੀਤਾ ਸੀ। ਇਤਿਹਾਸ 'ਚ ਇੱਥੋਂ ਤੱਕ ਲਿਖਿਆ, ਉਦੋਂ ਜਮਨਾ ਦਾ ਪਾਣੀ ਲਾਲ ਹੋ ਗਿਆ ਸੀ, ਪਰ ਅੱਜ ਫਿਰ ਉਹੀ ਕੁਝ ਵਾਪਰ ਰਿਹਾ ਸੀ। ਅੱਜ ਫਿਰ ਜਮਨਾ ਦਾ ਪਾਣੀ ਲਾਲ ਹੋ ਚੁੱਕਾ ਸੀ। ਪ੍ਰਭ ਕਾਰ 'ਚੋਂ ਉੱਤਰ ਪੱਟੀ ਕਰਵਾਉਣ ਚਲਾ ਗਿਆ। ਹਲੇ ਉਹ ਅੰਦਰ ਗਿਆ ਹੀ ਸੀ ਕਿ ਬਾਹਰ ਜਲੂਸ ਦੀ ਸ਼ਕਲ 'ਚ ਇੱਕ ਭੀੜ ਇਕੱਠੀ ਹੋਈ। कोई 200-250 बंदा होना। उन्हां दे नारे सन, मारो इन सरदारों को, देश के गरदारों को, कंगा कड़ा कच्छा किरपान, सबको भेजो पाकिस्तान। भीड़ ने रज्जो दी कार घेर लई सी। भीड़ चों एक व्यक्ति कह रहा सी, यही हैं वो जिन्होंने कल मैडम जी की मौत पर जलेबियां बांटी थी। एकमप्रीत नूं खिच के ड्राइवर सीट तो उतार लिया गया। ਜ਼ਮੀਨ 'ਤੇ ਸੁੱਟ ਕੇ ਲੱਕੜ ਦੇ ਬਾਲਿਆਂ ਨਾਲ ਕੁੱਟਿਆ ਗਿਆ। ਬਾਅਦ 'ਚ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ ਗਈ। ਜੈਸਲੀਨ ਨੂੰ ਬਾਹਰ ਕੱਢ ਕੇ ਭੀੜ ਉਸ 'ਤੇ ਟੁੱਟ ਪਈ। ਪਲਾਂ ਵਿੱਚ ਉਹਦੇ ਕੱਪੜੇ ਹਵਾ 'ਚ ਉਛਾਲ ਦਿੱਤੇ ਗਏ। ਉਹਦੇ ਤਨ 'ਤੇ ਇੱਕ ਵੀ ਕੱਪੜਾ ਨਹੀਂ ਸੀ। ਪਲਾਂ ਵਿੱਚ ਉਹਦੀਆਂ ਚੀਕਾਂ ਆਸਮਾਨ ਚੀਰ ਗਈਆਂ। ਰੱਜੋ ਤੇ ਪਰਮ ਨੇ ਭੀੜ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਕੁਝ ਭੀੜ ਨੇ ਉਹਨਾਂ ਨੂੰ ਘੇਰ ਲਿਆ। परम दे गल 'ਚ टायर पा के अग ला दिती गई। जद प्रभ बाहर आया तो उसने दूरों देखिया कार सड़ रही सी ते टायरां नूं लगी अग ने धुआं रोल कर रखिया सी। कोल ही 1-2 आटो रिक्शा साड़े रहे सन। कार तो थोड़ी दूर ही एकम दा सड़िया होया शरीर पिया सी ते कोल ही ਉਹਦੇ बिना कपड़ियां तो जैसलीन दी लाश पई सी। थोड़ी दूरी ते अद्धी सड़ी परम दी लाश पई सी। कार ते आटो रिक्शिਆਂ ਨੂੰ ਲੱਗੀ ਅੱਗ ਨੇ ਧੂਆਂ ਰੋਲ ਕਰ ਰੱਖਿਆ ਸੀ, ਜਿਸ ਕਰਕੇ ਕੋਈ ਸਾਫ਼ ਨਹੀਂ ਸੀ ਦਿਸ ਰਿਹਾ। ਥੋੜੀ ਦੂਰੀ ਤੇ ਇੱਕ ਪੂਰੀ ਸੜੀ ਲਾਸ਼ ਪਈ ਸੀ। ਪ੍ਰਵਨੀਤ ਨੂੰ ਲੱਗਿਆ ਸ਼ਾਇਦ ਇਹ ਰੱਜੋ ਦੀ ਲਾਸ਼ ਹੋਵੇਗੀ, ਕਿਉਂਕਿ ਕੋਲ ਹੀ ਰੱਜੋ ਦੀ ਚੁੰਨੀ ਪਈ ਸੀ। ਪ੍ਰਵਨੀਤ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹਨੇ ਉਸ ਲਾਸ਼ ਨੂੰ ਆਪਣੇ ਪੱਟਾਂ ਤੇ ਰੱਖ ਕੇ ਇੱਕ ਚੀਕ ਮਾਰੀ ਤੇ ਰੱਬ ਵੱਲ ਮੂੰਹ ਕਰਕੇ ਉਹਨੇ ਰੱਬ ਨੂੰ ਉਹੀ ਮਿਹਣਾ ਮਾਰਿਆ ਜਿਹੜੇ 1521 ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਮੌਕੇ ਸੈਦਪੁਰ 'ਚ ਮਾਰਿਆ ਸੀ। ਖੁਰਾਸਾਨ ਕਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦਈ, ਕਰਤਾ ਜਮ ਕਰ ਮਗਲ ਚੜਾਇਆ। ਏਤੀ ਮਾਰ ਪਈ ਕਰ ਲਾਨੈ, ਤੈਂ ਕੀ ਦਰਦ ਨਾ ਆਇਆ। पर रज्जो तो अज फिर ਉਹਦੇ सामने हस्पताल के बैड ते पई जिंदगी ते मौत की लड़ाई लड़ रही सी। प्रवनीत जे किते उस दिन उस वैगानी लाश नूं
ਰੱਜੋ ਦੀ ਲਾਸ਼ ਸਮਝ ਕੇ ਚੁੱਪਚਾਪ ਮੁੜ ਨਾ ਜਾਂਦਾ, ਸ਼ਾਇਦ ਅੱਜ ਰੱਜੋ ਦੀ ਇਹ ਹਾਲਤ ਨਾ ਹੁੰਦੀ। ਪ੍ਰਵਨੀ ਦੇ ਕੰਨਾਂ 'ਚ ਫੇਰ ਖੂਨ ਕਾ ਬਦਲਾ ਖੂਨ ਦੇ ਨਾਰੇ ਗੂੰਜਣ ਲੱਗੇ। ਭੀੜ 'ਚੋਂ ਕਿਸੇ ਨੇ ਰੱਜੋ ਨੂੰ ਮੋਢਿਆਂ 'ਤੇ ਚੱਕ ਲਿਆ। ਧੂੰਆਂ ਰੋਲ ਹੋ ਰੱਖਿਆ ਸੀ। ਕਿਤੇ ਕੋਈ ਦੁਕਾਨ ਸੜ ਰਹੀ ਸੀ ਤੇ ਕਿਤੇ ਕੋਈ ਟਰੱਕ, ਕਿਤੇ ਕਾਰ, ਕਿਤੇ ਆਟੋ ਰਿਕਸ਼ਾ ਤੇ ਕਿਤੇ ਕੋਈ ਘਰ। ਬਾਜ਼ਾਰ ਬੰਦ ਸਨ। ਬਾਜ਼ਾਰਾਂ 'ਚ ਇਕੱਲੇ ਕੁੱਤੇ ਤੇ ਗਿਰਜਾਂ ਤੇ ਕਾਂ ਸਨ ਜੋ ਅੱਧ ਸੜੀਆਂ ਲਾਸ਼ਾਂ ਨੂੰ ਨੋਚ ਰਹੇ ਸਨ, ਜਿਨ੍ਹਾਂ ਨੂੰ ਕੁਝ ਦੇਰ ਪਹਿਲਾਂ ਕੁੱਤਿਆਂ ਵਰਗਿਆਂ ਬੰਦਿਆਂ ਨੇ ਨੋਚ ਕੇ ਲਾਸ਼ਾਂ ਬਣਾ ਦਿੱਤਾ ਸੀ। ਰੱਜੋ ਦੀ ਹਾਲਤ ਕਾਵਾਂ ਦੀ ਡਾਰ 'ਚ ਫਸੀ ਘੁੱਗੀ ਵਰਗੀ ਸੀ। ਉਹਨੇ ਖੁਦ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਗੁਲਾਬ ਦੇ ਫੁੱਲਾਂ 'ਤੇ ਮੰਡਰਾਉਣ ਵਾਲੀ ਨਾਜ਼ੁਕ ਤਿਤਲੀ ਥੋਰਾਂ 'ਤੇ ਲੱਗੇ ਮੱਕੜੀ ਦੇ ਜਾਲਿਆਂ 'ਚ ਫਸੀ ਕਰਦੀ ਤਾਂ ਕੀ ਕਰਦੀ, ਜਿਸ ਦੇ ਖੰਭ ਜ਼ਖਮੀ ਕਰ ਦਿੱਤੇ ਹੋਣ ਤਿੱਖੀਆਂ ਸੂਲਾਂ ਨੇ। ਰੱਜੋ ਨੂੰ ਇੱਕ ਦੁਕਾਨ ਦੇ ਗੇਟ ਅੱਗੇ ਬਣੀ ਥੜੀ 'ਤੇ ਲਿਟਾ ਦਿੱਤਾ ਗਿਆ। ਧੂਏ ਕਾਰਨ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਪਲਾਂ ਵਿੱਚ ਹੀ ਭੀੜ ਰੱਜੋ 'ਤੇ ਟੁੱਟ ਪਈ। ਉਹਦੇ ਕੱਪੜੇ ਪਾੜ ਕੇ ਤਨ ਤੋਂ ਅਲੱਗ ਕਰ ਦਿੱਤੇ ਗਏ। ਪਤਾ ਨਹੀਂ ਕਿੰਨੇ ਹੱਥਾਂ ਨੇ ਨੋਚ ਲਿਆ ਉਸ ਮਾਸੂਮ ਜਿੰਦ ਨੂੰ, ਜਿਸ ਦਾ ਹਲੇ ਚੂੜਾ ਵੀ ਮੈਲਾ ਨਹੀਂ ਸੀ ਹੋਇਆ, ਕਿਉਂਕਿ ਸਿਰਫ 23 ਦਿਨ ਹੀ ਤਾਂ ਹੋਏ ਸੀ ਹਲੇ ਉਹਦੇ ਵਿਆਹ ਨੂੰ। ਰੱਜੋ ਦੀਆਂ ਚੀਕਾਂ ਭੀੜ ਦੇ ਨਾਰਿਆਂ ਤੇ ਲਲਕਾਰਿਆਂ ਵਿੱਚ ਦਬ ਗਈਆਂ। ਭੀੜ ਉਸ ਦੇ ਦੁਆਲੇ ਭੰਗੜਾ ਪਾ ਰਹੀ ਸੀ। ਰੱਜੋ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ ਗਈ। ਉਹਦੇ ਨੰਗੇ ਪਿੰਡੇ 'ਤੇ ਸ਼ਰਾਬ ਡੋਲ ਦਿੱਤੀ ਗਈ। ਇਸ ਤੋਂ ਪਹਿਲਾਂ ਕਿ ਭੀੜ ਰੱਜੋ ਨੂੰ ਅੱਗ ਲਾ ਦਿੰਦੀ, ਉੱਥੇ ਇੱਕ ਬੰਦੇ ਨੇ ਆ ਕੇ ਆਵਾਜ਼ ਦਿੱਤੀ, अबे यही सारा दिन खराब करोगे क्या? दिल्ली में सरदारों की और भी बहुत कॉलोनियाँ हैं, चलो चलो जल्दी। भीड़ चीਕਾਂ मारदी ते खून का बदला खून ਦੇ ਨਾਰੇ ਲਾਉਂਦੀ ਅੱਗੇ ਚਲੀ ਗਈ। ਰੱਜੋ ਬੇਸੁਰਤ ਹੋਈ ਉੱਥੇ ਹੀ ਪਈ ਰਹੀ। ਰਾਤ ਹੋ ਚੁੱਕੀ ਸੀ। ਸਾਰੇ ਪਾਸੇ ਚੁੱਪ ਫੈਲੀ ਹੋਈ ਸੀ। ਕਿਤੋਂ ਕਿਤੋਂ ਕੁੱਤੇ ਭੌਂਕਣ ਦੀ ਆਵਾਜ਼ ਆ ਰਹੀ ਸੀ। ਇੱਕ ਕੁੱਤਾ ਰੱਜੋ ਕੋਲ ਖੂਨ ਚੱਟ ਰਿਹਾ ਸੀ। ਰੱਜੋ ਡਰ ਗਈ ਤੇ ਬੈਠੀ ਹੁੰਦੀ ਪਿੱਛੇ ਹਟਦੀ ਦੁਕਾਨ ਦੀ ਸ਼ਟਰ ਨਾਲ ਜਾ ਲੱਗੀ। ਸ਼ਟਰ ਦੀ ਟਨ ਦੀ ਆਵਾਜ਼ ਰਾਤ ਦੀ ਚੁੱਪ ਨੂੰ ਤੋੜ ਗਈ। ਉਹ ਸ਼ਟਰ ਨਾਲ ਢੋ ਲਾ ਕੇ ਬੈਠ ਗਈ ਤੇ ਉਹਨੇ ਗੋਡੇ ਖਿੱਚ ਕੇ ਹਿੱਕ ਨਾਲ ਲਾ ਲਏ। ਉਹਦੇ ਪਿੰਡੇ 'ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ, ਜਿਹੜੀ ਭੀੜ ਨੇ ਉਸ ਉੱਪਰ ਡੋਲ ਦਿੱਤੀ ਸੀ। ਜੋ ਖੂਨ ਕੁੱਤਾ ਚੱਟ ਰਿਹਾ ਸੀ, ਉਹ ਰੱਜੋ ਦੀਆਂ ਲੱਤਾਂ 'ਚੋਂ ਵਹਿ ਰਿਹਾ ਸੀ, ਕਿਉਂਕਿ ਅਣਗਿਣਤ ਵਾਰ ਹੋ ਚੁੱਕਾ ਸੀ ਉਸਦਾ ਬਲਾਤਕਾਰ। ਰੱਜੋ ਨੇ ਆਸੇ-ਪਾਸੇ ਦੇਖਿਆ। ਉਹਦੇ ਕੱਪੜੇ ਪਾੜ ਕੇ ਲੀਰਾਂ ਕਰਕੇ ਸੁੱਟੇ ਹੋਏ ਸਨ। ਨਵੰਬਰ ਦਾ ਮਹੀਨਾ ਹੋਣ ਕਰਕੇ ਰੱਜੋ ਦਾ ਸਰੀਰ ਠੰਡ ਨਾਲ ਕੰਬ ਰਿਹਾ ਸੀ। ਰੱਜੋ ਨੇ ਦੁਕਾਨ ਦੇ ਨਾਲ ਬਣੀ ਬੁਰਜੀ ਨੂੰ ਹੱਥ ਪਾ ਕੇ ਉੱਠਣ ਦਾ ਯਤਨ ਕੀਤਾ, ਪਰ ਉਹ ਫਿਰ ਡਿੱਗ ਪਈ। ਉਹਦਾ ਰੋਣਾ ਨਿਕਲ ਗਿਆ। ਉਹਦੀਆਂ ਬਾਹਾਂ ਦਾ ਚੂੜਾ ਤੋੜ ਦਿੱਤਾ ਗਿਆ ਸੀ, ਜਿਸ ਦੇ ਜ਼ਖਮ ਉਸਦੀਆਂ ਕੋਮਲ ਬਾਹਾਂ 'ਤੇ ਚੀਸਾਂ ਪਾ ਰਹੇ ਸਨ। ਪਰ ਉਹਨੇ ਹਿੰਮਤ ਨਹੀਂ ਹਾਰੀ। ਉਹ ਉੱਠ ਖੜੀ ਹੋਈ। ਬੇਸ਼ੱਕ ਹਨੇਰਾ ਹੋਣ ਕਰਕੇ ਹੱਥ ਨੂੰ ਹੱਥ ਨਹੀਂ ਸੀ ਦਿਸ ਰਿਹਾ, ਪਰ ਔਰਤ ਨੂੰ ਪਿਆਰੀ ਹੁੰਦੀ ਆ ਆਪਣੀ ਇੱਜ਼ਤ। ਇਸ ਲਈ ਰੱਜੋ ਨੇ ਸੱਜਾ ਹੱਥ ਆਪਣੇ ਖੱਬੇ ਮੋਢੇ 'ਤੇ, ਖੱਬਾ ਹੱਥ ਸੱਜੇ ਮੋਢੇ 'ਤੇ ਰੱਖ ਬਾਹਾਂ ਦੀ ਐਕਸ ਬਣਾ ਕੇ ਆਪਣੀਆਂ ਛਾਤੀਆਂ ਨੂੰ ਢੱਕ ਲਿਆ। ਬੇਸ਼ੱਕ ਉਹਦੇ ਬਾਕੀ ਤਨ 'ਤੇ ਵੀ ਕੋਈ ਕੱਪੜਾ ਨਹੀਂ ਸੀ ਛੱਡਿਆ ਦਰਿੰਦਿਆਂ ਨੇ, ਪਰ ਜਿੰਨਾ ਉਹ ਬਾਹਾਂ ਨਾਲ ਖੁਦ ਨੂੰ ਢੱਕ ਸਕਦੀ ਸੀ, ਉਹਨੇ ਢੱਕ ਲਿਆ। ਹੌਲੀ-ਹੌਲੀ ਉੱਧਰ ਨੂੰ ਤੁਰ ਪਈ ਜਿੱਥੇ ਉਹਨਾਂ ਦੀ ਕਾਰ ਨੂੰ ਅੱਗ ਲਾਈ ਗਈ ਸੀ। ਕਈ ਕੁੱਤੇ ਉਸ ਨੂੰ ਭੌਂਕਦੇ ਰਹੇ, ਪਰ ਉਹ ਅਡੋਲ ਤੁਰੀ ਗਈ। ਉਹ ਇੱਕ ਲਾਸ਼ ਨਾਲ ਟਕਰਾਈ। ਅੱਧੇ ਤੋਂ ਵੱਧ ਲਾਸ਼ ਸੜ ਚੁੱਕੀ ਸੀ। ਹਨੇਰਾ ਬਹੁਤ ਸੀ, ਪਰ ਫਿਰ ਵੀ ਉਹਨੇ ਲਾਸ਼ ਦੀ ਬਾਂਹ ਚੁੱਕ ਕੇ ਅੱਖਾਂ ਦੇ ਨੇੜੇ ਕੀਤੀ, ਜਿਸ 'ਤੇ ਪਰਮ ਨਾਮ ਦਾ ਟੈਟੂ ਬਣਿਆ ਹੋਇਆ ਸੀ। ਰੱਜੋ ਉੱਚੀ ਰੋ ਵੀ ਨਹੀਂ ਸੀ ਸਕਦੀ। ਇੱਕ ਪਾਸੇ ਫੁੱਲਾਂ ਵਰਗੀ ਲਾਡਾਂ ਨਾਲ ਪਾਲੀ ਮਾਲੂਕ ਜਿੰਦ ਤੇ ਦੂਜੇ ਪਾਸੇ ਹਨੇਰੀ ਸਾਂ-ਸਾਂ ਕਰਦੀ ਧੁੰਦ 'ਚ ਡੁੱਬੀ ਠੰਡੀ ਰਾਤ। ਰੱਜੋ ਜਦੋਂ ਪੱਥਰ ਬਣ ਗਈ ਤੇ ਦੋ ਹੰਝੂ ਉਹਦੀਆਂ ਅੱਖਾਂ 'ਚ ਨਿਕਲ ਕੇ ਗੱਲਾਂ ਉੱਤੋਂ ਦੀ ਸਫ਼ਰ ਕਰਦੇ ਜ਼ਮੀਨ 'ਤੇ ਜਾ ਡਿੱਗੇ। ਉਹ ਹੌਲੀ ਜਿਹੇ ਬੋਲੀ, ਮੈਨੂੰ ਕਿਹਦੇ ਆਸਰੇ ਛੱਡ ਚੱਲੇ ਹੋ ਸਰਦਾਰ ਜੀ? ਤੁਸੀਂ ਤਾਂ 7 ਜਨਮ ਨਿਭਾਉਣ ਦਾ ਵਾਅਦਾ ਕੀਤਾ ਸੀ ਇਸ ਟੁੱਬੜੀ ਨਾਲ। ਮੇਰੇ ਤੋਂ ਕੁਝ ਕੁ ਦਿਨਾਂ 'ਚ ਹੀ ਜੀ ਭਰ ਗਿਆ ਤੁਹਾਡਾ। ਇੰਨੀ ਗੱਲ ਆਖ ਕੇ ਰੱਜੋ ਰੋਣ ਲੱਗ ਪਈ।
ਉਹਨੇ ਬੁੱਲ ਅੰਦਰ ਵੱਲ ਮੋੜ ਕੇ ਜ਼ੋਰ ਨਾਲ ਘੁੱਟ ਲਏ ਤਾਂ ਕਿ ਰੋਣ ਦੀ ਆਵਾਜ਼ ਬਾਹਰ ਨਾ ਨਿਕਲੇ। ਉਹ ਫਿਰ ਦੁਬਾਰਾ ਉੱਠੀ ਤੇ ਅੱਗੇ ਵੱਲ ਤੁਰ ਪਈ। ਸੜਕ ਤੇ ਸਟਰੀਟ ਲਾਈਟ ਦੀ ਹਲਕੀ ਹਲਕੀ ਰੌਸ਼ਨੀ ਪੈ ਰਹੀ ਸੀ। ਅੱਗੇ ਇੱਕ ਪੂਰੀ ਸੜੀ ਲਾਸ਼ ਪਈ ਸੀ ਤੇ ਕੋਲ ਇੱਕ ਹੋਰ ਨਗਨ ਲਾਸ਼ ਪਈ ਸੀ ਜਿਸ ਨੂੰ ਇੱਕ ਕੁੱਤਾ ਖਾ ਰਿਹਾ ਸੀ। ਰੱਜੋ ਨੇ ਇੱਕ ਰੋੜਾ ਚੁੱਕ ਕੁੱਤੇ ਦੇ ਮਾਰਿਆ। ਚਿਉਂ ਚਿਉਂ ਕਰਦਾ ਕੁੱਤਾ ਉੱਥੋਂ ਭੱਜ ਗਿਆ। ਉਹਦੀ ਚਿਉਂ ਚਿਉਂ ਦੀ ਤੇ ਸੜਕ ਤੇ ਰੋੜਾ ਵੱਜਣ ਦੀ ਆਵਾਜ਼ ਚੁੱਪ ਚਪੀਤੀ ਰਾਤ ਦੇ ਸੰਨਾਟੇ ਨੂੰ ਚੀਰ ਗਈ। ਰੱਜੋ ਨੇ ਲਾਸ਼ ਦੇ ਨੇੜੇ ਹੋ ਕੇ ਵੇਖਿਆ। ਇਹ ਲਾਸ਼ ਉਹਦੀ ਭਾਬੀ ਜੈਸਲੀਨ ਦੀ ਸੀ ਕਿਉਂਕਿ ਸਟਰੀਟ ਲਾਈਟ ਦੀ ਹਲਕੀ ਹਲਕੀ ਰੌਸ਼ਨੀ ਧੁੰਦ ਨੂੰ ਚੀਰਦੀ ਹੋਈ ਧਰਤੀ ਤੇ ਪੈ ਰਹੀ ਸੀ। ਜੈਸਲੀਨ ਦੇ ਕੰਨਾਂ ਵਿੱਚੋਂ ਸੋਨੇ ਦੇ ਕਾਂਟੇ ਖਿੱਚ ਲਏ ਗਏ ਸਨ ਤੇ ਹੱਥਾਂ 'ਚੋਂ ਸੋਨੇ ਦੀਆਂ ਚੂੜੀਆਂ। ਕੋਲ ਹੀ ਉਹਦੇ ਵੀਰ ਏਕਮ ਦੀ ਪੱਗ ਪਈ ਸੀ ਜੋ ਕਈਆਂ ਜਗ੍ਹਾ ਤੋਂ ਸੜੀ ਹੋਈ ਸੀ। ਰੱਜੋ ਨੇ ਉਹ ਪੱਗ ਚੱਕ ਆਪਣੇ ਦਿਵਾਲੇ ਲਪੇਟ ਲਈ। ਉਹਦੀ ਦੁਨੀਆ ਉੱਜੜ ਚੁੱਕੀ ਸੀ। ਰੱਜੋ ਆਪਣੇ ਵੀਰ ਦੀ ਸੜੀ ਹੋਈ ਲਾਸ਼ ਤੇ ਭਾਬੀ ਦੀ ਲਾਸ਼ ਆਪਣੇ ਪੱਟਾਂ ਤੇ ਰੱਖ ਕੇ ਉੱਥੇ ਹੀ ਬੈਠ ਗਈ। ਉਹ ਉੱਥੇ ਹੀ ਬੈਠੀ ਰਹੀ। ਉਹਦੀਆਂ ਅੱਖਾਂ 'ਚ ਨਿਕਲ ਕੇ ਕੋਸੇ ਹੰਝੂ ਗੱਲਾਂ ਉੱਤੋਂ ਵਗਦੇ ਹੋਏ ਉਹਦੀ ਝੋਲੀ 'ਚ ਪਏ ਨਰਜਿਤ ਸਰੀਰਾਂ ਤੇ ਡਿੱਗਦੇ ਰਹੇ। ਦਿਨ ਚੜ੍ਹਨ ਵਾਲਾ ਹੋ ਗਿਆ ਸੀ। ਮਿਊਨਿਸਪਲ ਕਾਰਪੋਰੇਸ਼ਨ ਦੇ ਵਰਕਰਾਂ ਨੇ ਸੜਕ ਤੇ ਝਾੜੂ ਲਾਉਣਾ ਸ਼ੁਰੂ ਕਰ ਦਿੱਤਾ ਸੀ। ਮਿਊਨਿਸਪਲ ਕਾਰਪੋਰੇਸ਼ਨ ਮਤਲਬ ਨਗਰ ਨਿਗਮ ਦੇ ਕੂੜੇ ਵਾਲੇ ਟਰੱਕਾਂ ਨੇ ਲਾਸ਼ਾਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਸਨ। ਰੱਜੋ ਉੱਠੀ ਤੇ ਘਰ ਵੱਲ ਤੁਰ ਪਈ। ਆਪਣੇ ਵੀਰ ਦੀ ਪੱਗ ਉਹਨੇ ਆਪਣੇ ਦਿਵਾਲੇ ਲਪੇਟੀ ਹੋਈ ਸੀ। ਮਰ ਕੇ ਵੀ ਏਕਮ ਉਹਦੀ ਇੱਜ਼ਤ ਢੱਕ ਰਿਹਾ ਸੀ। ਰੱਜੋ ਤੁਰਦੀ ਹੋਈ ਆਪਣੇ ਘਰ ਦੇ ਸਾਹਮਣੇ ਚਲੀ ਗਈ। ਉੱਥੇ ਕਾਫੀ ਭੀੜ ਸੀ। ਲੋਕ ਗੱਲਾਂ ਕਰ ਰਹੇ ਸਨ ਕਿ ਘਰ ਦੀ ਵੱਡੀ ਮਾਲਕਿਨ ਜਦੋਂ ਆਪਣੇ ਪੜੋਤੇ ਨਾਲ ਗੁਰੂ ਘਰ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਤਾਂ ਦਾਦੀ ਪੜੋਤੇ ਨੂੰ ਭੀੜ ਨੇ ਮਾਰ ਦਿੱਤਾ। ਮਤਲਬ ਰੱਜੋ ਦੀ ਦਾਦੀ ਤੇ ਰੱਜੋ ਦੇ ਭਤੀਜੇ ਜ਼ੋਰਾਵਰ ਨੂੰ। ਰੱਜੋ ਦੇ ਘਰ ਅੱਗੇ ਖੜੀ ਭੀੜ ਵਿੱਚ ਜ਼ਿਆਦਾਤਰ ਰੱਜੋ ਦੇ ਆਂਢੀ ਗੁਆਂਢੀ ਖੜੇ ਸਨ। ਘਰ 'ਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਲੋਕ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਬੇਸ਼ੱਕ ਰੱਜੋ ਦੇ ਸਿਰ ਦੇ ਵਾਲ ਖੁੱਲ੍ਹੇ ਹੋਏ ਸਨ, ਬਾਹਾਂ 'ਤੇ ਕਈ ਜ਼ਖਮ। ਪਰੀਆਂ ਵਰਗੀ ਰੱਜੋ ਨੂੰ ਵੇਖ ਕੇ ਡਰ ਲੱਗ ਰਿਹਾ ਸੀ, ਪਰ ਫਿਰ ਵੀ ਰੱਜੋ ਨੂੰ ਉਸਦੀ ਗਵਾਂਢਣ ਸੀਤਾ ਦੇਵੀ ਨੇ ਪਛਾਣ ਲਿਆ ਸੀ। ਜਦ ਉਹ ਰੱਜੋ ਦੇ ਕੋਲ ਆਉਣ ਲੱਗੀ, ਰੱਜੋ ਚੀਖ ਕੇ ਬੋਲੀ, "ਡੋਂਟ ਟੱਚ ਮੀ।" ਫਿਰ ਡਰਦੀ ਹੋਈ ਬੋਲੀ, "ਪਲੀਜ਼ ਮੈਨੂੰ ਕੁੱਟਿਓ ਨਾ, ਪਲੀਜ਼।" ਰੱਜੋ ਨੇ ਸੀਤਾ ਦੇਵੀ ਅੱਗੇ ਦੋਵੇਂ ਹੱਥ ਜੋੜ ਦਿੱਤੇ। ਉਹਦੇ ਪਤਲੇ ਬੁੱਲ੍ਹ ਦੀਆਂ ਅੱਖਾਂ ਦੀਆਂ ਭਿੱਜੀਆਂ ਪਲਕਾਂ ਕੰਬ ਰਹੀਆਂ ਸਨ ਤੇ ਕੰਬਦੀ ਹੋਈ ਆਵਾਜ਼ 'ਚ ਫਿਰ ਬੋਲੀ, "ਹਮਨੇ ਕਿसी को नहीं मारा, भगवान की कसम हमने किसी को भी नहीं मारा।" ਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ। ਆਪਣੇ ਭਰਾ ਏਕਮ ਦੀ ਸੜੀ ਹੋਈ ਪੱਗ ਨਾਲ ਉਹਨੇ ਆਪਣੇ ਆਪ ਨੂੰ ਢੱਕਿਆ ਹੋਇਆ ਸੀ। ਸੀਤਾ ਦੇਵੀ ਨੇ ਉਹਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ। ਅਚਾਨਕ ਰੱਜੋ ਦੇ ਘਰ ਦੇ ਅੰਦਰੋਂ ਜ਼ੋਰ ਦੀ ਧਮਾਕਾ ਹੋਇਆ। ਧਮਾਕਾ ਇੰਨਾ ਖਤਰਨਾਕ ਸੀ ਕਿ ਅੱਗ ਦੀਆਂ ਲਾਟਾਂ ਆਸਮਾਨ ਛੂਹ ਗਈਆਂ। ਰੱਜੋ ਦੇ ਮਾਂ ਪਿਓ ਇਸ ਧਮਾਕੇ ਦੀ ਭੇਟ ਚੜ੍ਹ ਗਏ। ਸ਼ਾਇਦ ਰਸੋਈ 'ਚ ਪਏ ਸਿਲੰਡਰ ਫਟ ਗਏ ਸਨ। ਰੱਜੋ ਚੀਕਾਂ ਮਾਰਨ ਲੱਗੀ, "ਆਗ ਆਗ, ਬੰਦ ਕਰੋ ਇਸ ਆਗ ਕੋ।" ਤੇ ਉਹਨੇ ਸੀਤਾ ਦੇਵੀ ਤੋਂ ਹੱਥ ਛੁਡਾ ਲਿਆ ਤੇ ਅੱਗ ਤੋਂ ਡਰਦੀ ਉੱਥੋਂ ਭੱਜ ਤੁਰੀ। "ਡਾਕਟਰ, ਸ਼ੀ ਇਜ਼ ਗੈਟਿੰਗ ਫੈਡ, ਵਾਟ ਸ਼ੁਡ ਆਈ ਡੂ?" ਨਰਸ ਚੀਖੀ। "ਪਲੀਜ਼ ਨਰਸ, ਪੇਸ਼ੈਂਟ ਬੇਹੋਸ਼ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਇਹ ਕੋਮਾ 'ਚ ਜਾ ਸਕਦਾ। ਬਸ ਥੋੜ੍ਹੀ ਦੇਰ ਹੋਰ ਕਿਵੇਂ ਵੀ ਕਰਕੇ ਇਸ ਨੂੰ ਹੋਸ਼ ਵਿੱਚ ਰੱਖੋ," ਪ੍ਰਵਨੀਤ ਦੇ ਸਹਾਇਕ ਡਾਕਟਰ ਨੇ ਨਰਸ ਨੂੰ ਕਿਹਾ। ਫਿਰ ਕੁਝ ਸੋਚਦਾ ਪ੍ਰਵਨੀਤ ਨੂੰ ਬੋਲਿਆ, "If there is no solution, then the arm will be cut. At least her life will be saved." ਮਤਲਬ ਅਗਰ ਜੇ ਨਾ ਕੋਈ ਹੱਲ ਹੋਇਆ ਤਾਂ ਬਾਂਹ ਕੱਟ ਦੇਵਾਂਗੇ, ਘੱਟੋ ਘੱਟ ਇਸ ਦੀ ਜਾਨ ਤਾਂ ਬਚ ਜਾਵੇਗੀ। ਪਰ ਪ੍ਰਵਨੀਤ ਤਾਂ ਸਿਰਫ ਜਿਸਮੀ ਤੌਰ 'ਤੇ ਹੀ ਉੱਥੇ ਸੀ, ਦਿਮਾਗ ਤਾਂ ਉਹਦਾ 6 ਸਾਲ ਪਿੱਛੇ ਦਿੱਲੀ ਘੁੰਮ ਰਿਹਾ ਸੀ। ਪ੍ਰਵਨੀਤ ਨੇ ਸਹਾਇਕ ਡਾਕਟਰ ਵੱਲ ਵੇਖਿਆ ਤੇ ਬੋਲਿਆ, "I am sorry ਡਾਕਟਰ, I cannot do this." ਤੇ ਪ੍ਰਵਨੀਤ ਆਪਰੇਸ਼ਨ ਥੀਏਟਰ ਤੋਂ ਬਾਹਰ ਚਲਾ ਗਿਆ। ਡਾਕਟਰ ਪ੍ਰਵਨੀਤ ਆਪਣੀ ਕੈਬਨ 'ਚ ਆ ਕੇ ਕੁਰਸੀ 'ਤੇ ਬੈਠ ਗਿਆ। ਐਨਕੋ ਨੇ ਉਤਾਰ ਕੇ ਸਾਹਮਣੇ ਮੇਜ਼ 'ਤੇ ਰੱਖਤੀ। ਪਿੱਛੇ ਕੁਰਸੀ ਨੂੰ ਢੋਹ ਲਾ ਕੇ ਬੈਠ ਗਿਆ। ਧੌਣ ਪਿੱਛੇ ਸੁੱਟ,
ਸੱਤ ਵੱਲ ਮੂੰਹ ਕਰਕੇ ਅੱਖਾਂ ਬੰਦ ਕਰ ਉਹ ਸੱਜੇ ਹੱਥ ਦੀ ਪਹਿਲੀ ਉਂਗਲ ਤੇ ਅੰਗੂਠੇ ਨਾਲ ਨੱਕ ਕੋਲੋਂ ਅੱਖਾਂ ਦੀਆਂ ਨੁੱਕਰਾਂ ਘੁੱਟਦਾ ਸੋਚਾਂ 'ਚ ਡੁੱਬ ਗਿਆ। ਰੱਜੋ ਅੱਗ ਤੋਂ ਡਰਦੀ ਚੀਕਾਂ ਮਾਰਦੀ ਸੀਤਾ ਦੇਵੀ ਤੋਂ ਹੱਥ ਛੁਡਾ ਕੇ ਭੱਜ ਤੁਰੀ, ਪਰ ਕੁਝ ਬੰਦਿਆਂ ਨੇ ਹੌਸਲਾ ਕਰਕੇ ਉਹਨੂੰ ਫੇਰ ਫੜ ਲਿਆ। ਸੀਤਾ ਦੇਵੀ ਰੱਜੋ ਨੂੰ ਆਪਣੇ ਘਰ ਲੈ ਗਈ। ਉਹਨੇ ਰੱਜੋ ਨੂੰ ਆਪਣੀ ਧੀ ਦੇ ਕੱਪੜੇ ਪਵਾ ਦਿੱਤੇ। ਭਾਵੇਂ ਉਹ ਫਟੇ ਪੁਰਾਣੇ ਸਨ, ਪਰ ਉਹਨਾਂ ਕੱਪੜਿਆਂ ਨੇ ਰੱਜੋ ਦਾ ਤਨ ਢੱਕ ਲਿਆ ਸੀ। ਰੱਜੋ ਪਾਗਲ ਤਾਂ ਨਹੀਂ ਸੀ ਹੋਈ, ਪਰ ਉਹ ਡਿਪਰੈਸ਼ਨ 'ਚ ਚਲੀ ਗਈ ਸੀ। ਰਾਤ ਨੂੰ ਜਦ ਸੀਤਾ ਦੇਵੀ ਦੇ ਘਰ ਦੇ ਸਾਰੇ ਸੁੱਤੇ ਹੋਏ ਸਨ, ਰੱਜੋ ਚੁੱਪਚਾਪ ਉੱਠੀ। ਉਹਨੇ ਆਪਣੇ ਭਰਾ ਦੀ ਸੜੀ ਹੋਈ ਪੱਗ ਚੁੱਕੀ ਤੇ ਆਪਣੇ ਘਰ ਆ ਗਈ, ਜੋ ਪੂਰੀ ਤਰ੍ਹਾਂ ਸੜ ਚੁੱਕਾ ਸੀ, ਜਿਸ ਦੀਆਂ ਦੁੱਧ ਰੰਗੀਆਂ ਚਿੱਟੀਆਂ ਕੰਧਾਂ ਧੂੰਏਂ ਨੇ ਕਾਲੀਆਂ ਕਰ ਦਿੱਤੀਆਂ ਸਨ। ਰੱਜੋ ਨੂੰ ਜੋ ਵੀ ਘਰ 'ਚੋਂ ਸੜਿਆ ਕੱਪੜਿਆ ਜਾਂ ਹੋਰ ਕੁਝ ਮਿਲਿਆ, ਉਹਨੇ ਇੱਕ ਗਠੜੀ 'ਚ ਬੰਨ੍ਹ ਲਿਆ। ਉਸ ਤੋਂ ਬਾਅਦ ਨਿਕਲ ਗਈ ਉਹ ਇੱਕ ਅਣਜਾਣ ਸਫ਼ਰ 'ਤੇ। ਡਰਾਵਨੀ ਛਾਂ ਕਰਦੀ ਰਾਤ ਤੇ ਕੱਛ ਗਠੜੀ ਲੈ ਕੇ ਰੱਜੋ ਤੁਰੀ ਜਾ ਰਹੀ ਸੀ। ਉਹ ਤੁਰਦੀ ਹੋਈ ਪਹਿਲਾਂ ਸਰਾਏ ਰੋਹਲਾ, ਫਿਰ ਉੱਥੋਂ ਗੱਡੀ ਦੀ ਲਾਈਨ ਦੇ ਨਾਲ ਤੁਰਦੀ ਦਿਆ ਬਸਤੀ ਪਹੁੰਚ ਗਈ। ਸਿਰਫ ਨਾਮ ਦੀ ਦਿਆ ਬਸਤੀ ਆ ਉਹ, ਪਰ ਉੱਥੇ ਦਿਆ ਨਾਮ ਦੀ ਕੋਈ ਚੀਜ਼ ਨਹੀਂ ਆ। ਅੱਗੇ ਰੇਲਵੇ ਲਾਈਨ ਦੇ ਨਾਲ ਬਸੀਆਂ ਦਿੱਲੀ ਦੀਆਂ ਸੜਿਆਦ ਮਾਰਦੀਆਂ ਝੋਪੜੀਆਂ, ਜਿੱਥੇ ਦੁਨੀਆ ਦਾ ਹਰ ਗਲਤ ਕੰਮ ਹੁੰਦਾ ਹੈ। ਦੇਹ ਵਪਾਰ ਦੇ ਧੰਦਿਆਂ ਤੋਂ ਲੈ ਕੇ ਡਰੱਗ ਸਪਲਾਈ ਤੇ ਦਿੱਲੀ ਦੇ ਚੋਰ ਬਾਜ਼ਾਰ 'ਚ ਵਿਕਣ ਵਾਲਾ ਸਮਾਨ ਵੀ ਇਹਨਾਂ ਝੁੱਗੀਆਂ 'ਚੋਂ ਹੀ ਜਾਂਦਾ ਹੈ, ਕਿਉਂਕਿ ਟ੍ਰੇਨ ਦੀ ਲਾਈਨ ਇਹਨਾਂ ਝੁੱਗੀਆਂ ਦੇ ਬਿਲਕੁਲ ਵਿੱਚ ਦੀ ਲੰਘਦੀ ਆ ਤੇ ਅਕਸਰ ਹੀ ਇਹ ਲੋਕ ਟ੍ਰੇਨਾਂ 'ਚੋਂ ਬੈਗ ਤੇ ਹੋਰ ਸਮਾਨ ਚੋਰੀ ਕਰ ਲੈਂਦੇ ਆ। ਰੱਜੋ ਉਸ ਆਦਮਖੋਰ ਬਸਤੀ 'ਚ ਪਹੁੰਚ ਚੁੱਕੀ ਸੀ, ਜਿੱਥੇ ਤਰਪਾਲਾਂ ਤੇ ਕਾਨਿਆਂ ਦੀਆਂ ਬਣੀਆਂ ਝੁੱਗੀਆਂ 'ਚ ਦਇਆ ਤੇ ਰਹਿਮ ਨਾਂ ਦੀ ਕੋਈ ਵੀ ਚੀਜ਼ ਨਹੀਂ ਸੀ। ਰੱਜੋ ਪੂਰੀ ਤਰ੍ਹਾਂ ਆਪਣੇ ਹੋਸ਼ ਖੋ ਚੁੱਕੀ ਸੀ। ਉਸਨੂੰ ਪਤਾ ਨਹੀਂ ਸੀ ਕਿ ਉਸਦਾ ਚੰਗਾ ਤੇ ਕੀ ਉਸਦਾ ਮਾੜਾ। ਉਹ ਗੱਡੀ ਦੀ ਲਾਈਨ ਦੇ ਨਾਲ ਤੁਰੀ ਜਾ ਰਹੀ ਸੀ। ਅੱਗੇ ਖੜੇ 3 ਮੁੰਡੇ ਸ਼ਰਾਬ ਪੀ ਰਹੇ ਸਨ। ਜਦ ਰੱਜੋ ਉਹਨਾਂ ਕੋਲ ਦੀ ਲੰਘਣ ਲੱਗੀ, ਉਹਨਾਂ ਰੱਜੋ ਨੂੰ ਘੇਰ ਲਿਆ। ਰਾਤ ਦਾ ਵਕਤ ਸੀ, ਆਸ-ਪਾਸ ਕੋਈ ਵੀ ਮਦਦ ਵਾਲਾ ਨਹੀਂ ਸੀ। ਉਹ ਰੱਜੋ ਨੂੰ ਫੜ ਕੇ ਇੱਕ ਨਿੱਕੀ ਜਿਹੀ ਝੁੱਗੀ ਵਿੱਚ ਲੈ ਗਏ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਜ਼ਰੂਰ ਉਸਦੀ ਗਠੜੀ ਵਿੱਚ ਕੋਈ ਕੀਮਤੀ ਸਮਾਨ ਹੋਵੇਗਾ। ਪਰ ਜਦ ਉਹਦੀ ਗਠੜੀ 'ਚੋਂ ਸਿਰਫ ਸੜੇ ਹੋਏ ਕੱਪੜੇ ਹੀ ਮਿਲੇ ਤਾਂ ਉਹਨਾਂ ਨੂੰ ਗੁੱਸਾ ਆ ਗਿਆ। ਉਹਨਾਂ 'ਚੋਂ ਇੱਕ ਆਦਮੀ ਨੇ ਆਪਣੀ ਚਮੜੀ ਦੀ ਬੈਲਟ ਕੱਢ ਲਈ। ਪਤਾ ਨਹੀਂ ਕਿੰਨੀਆਂ ਹੀ ਬੈਲਟਾਂ ਰੱਜੋ ਦੇ ਨਾਜ਼ੁਕ ਪਿੰਡੇ 'ਤੇ ਚੜ੍ਹ ਦਿੱਤੀਆਂ। ਰੱਜੋ ਦੇ ਪਿੰਡੇ 'ਤੇ ਨਿਸ਼ਾਨ ਪੈ ਗਏ, ਪਰ ਉਸ ਦਿਆ ਬਸਤੀ 'ਚ ਕੋਈ ਵੀ ਦਿਆ ਨਾਮ ਦੀ ਕੋਈ ਚੀਜ਼ ਨਹੀਂ ਸੀ। ਫਿਰ ਸ਼ਰਾਬ ਦੇ ਨਸ਼ੇ 'ਚ ਪਤਾ ਨਹੀਂ ਕਿੰਨੇ ਵਾਰ ਉਹਨਾਂ ਆਪਣੇ ਆਪ ਨੂੰ ਮਰਦ ਕਹਾਉਣ ਵਾਲੇ ਨਾ ਮਰਦਾਂ ਨੇ ਉਸ ਮਾਸੂਮ 'ਤੇ ਆਪਣੀ ਹਵਸ ਮਿਟਾਈ। ਦਿਨ ਚੜ੍ਹੇ ਉਹ ਉਸ ਟੀਨ ਦੀ ਛੱਤ ਵਾਲੀ ਨਿੱਕੀ ਜਿਹੀ ਝੁੱਗੀ 'ਚ ਰੱਜੋ ਨੂੰ ਬੰਦ ਕਰਕੇ ਪਤਾ ਨਹੀਂ ਕਿੱਥੇ ਚਲੇ ਗਏ। ਬਿਲਕੁਲ ਨਿੱਕੀ ਜਿਹੀ ਸੜਿਆਦ ਮਾਰਦੀ ਝੁੱਗੀ 'ਚ ਰੱਜੋ ਦਾ ਸਾਹ ਬੰਦ ਹੋ ਰਿਹਾ ਸੀ, ਕਿਉਂਕਿ ਦਿੱਲੀ ਦੀਆਂ ਸੜਕਾਂ ਤੋਂ ਕਚਰਾ ਰੱਦੀ ਇਕੱਠਾ ਕਰਕੇ ਇਹ ਬਸਤੀ ਦੇ ਲੋਕ ਇੱਥੇ ਹੀ ਰੱਖਦੇ ਆ, ਜਿਸ ਦੀ ਬਦਬੂ ਦੂਰ ਦੂਰ ਤੱਕ ਫੈਲੀ ਹੁੰਦੀ ਆ। ਜਦ ਕੋਈ ਚੀਕਾਂ ਮਾਰਦੀ ਟ੍ਰੇਨ ਉੱਤੋਂ ਗੁਜ਼ਰਦੀ, ਰੱਜੋ ਡਰਦੀ ਹੋਈ ਗੋਡੇ ਮੋੜ ਕੇ ਆਪਣੀ ਹਿੱਕ ਨਾਲ ਲਾ ਲੈਂਦੀ। ਸਾਰਾ ਦਿਨ ਰੱਜੋ ਭੁੱਖੀ। ਬਾਕੀ ਦੀ ਕਹਾਣੀ ਕੱਲ੍ਹ ਦੀ ਵੀਡੀਓ 'ਚ ਜਾਰੀ ਰੱਖਾਂਗੇ ਜੀ। ਤੇ ਬੇਅੰਤ ਫਰੀਵਾਲਾ ਜੀ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਤੁਸੀਂ ਇਹਨਾਂ ਦੇ ਚੈਨਲ ਹਿਸਟੋਰਿਕ ਪੰਜਾਬੀ ਸਟੋਰੀ ਨੂੰ ਚੈੱਕ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਜੀ।